ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸੁਖਪਾਲ ਖਹਿਰਾ ਦਾ ਸਟੈਂਡ ਆ ਉਹ ਕਿੱਦਾਂ ਦਾ ਹੈ? ਅੱਜ ਉਹ ਪਾਰਟੀ ਜਿਹਨੂੰ ਉਹ ਨਿੰਦਦੇ ਰਹੇ ਸੀ, ਜਿੱਥੋਂ ਉਹ ਬਰਗਾੜੀ ਦਾ ਇਨਸਾਫ ਮੰਗਦੇ ਰਹੇ ਸੀ, ਜਿੱਥੋਂ ਉਹ 84 ਦਾ ਇਨਸਾਫ ਮੰਗਦੇ ਰਹੇ ਸੀ, ਅੱਜ ਉਸੇ ਪਾਰਟੀ ਦੇ ਵਿੱਚ ਦੁਬਾਰਾ ਚਲੇ ਗਏ ਆ। ਲੋਕਾਂ ਦਾ ਜਿਹੜਾ ਹੈਗਾ, ਲੋਕਾਂ ਦੇ ਹਿੱਤਾਂ ਦਾ ਜਿਹੜਾ ਕਾਣ ਹੋ ਰਿਹਾ, ਇਹ ਉਹਦੇ ਖਿਲਾਫ ਇੱਕ ਲੜਾਈ ਸੀਗੀ। ਉਹ ਅੰਦੋਲਨ ਦਾ ਜਿਹੜਾ ਹਿੱਸਾ ਸੀਗੇ ਉਹ ਲੋਕ, ਉਹਨਾਂ ਦੇ ਇਮੋਸ਼ਨਸ ਨੂੰ ਕੈਸ਼ ਕਰਕੇ, ਉਹਨਾਂ ਦੇ ਜਜ਼ਬਾਤਾਂ ਨੂੰ ਕੈਸ਼ ਕਰਕੇ ਸੁਖਪਾਲ ਖਹਿਰਾ ਨੇ ਆਪਣੇ ਮਗਰ ਲਾਏ ਸੀ। 3 ਮੇਜਰ ਇਸ਼ੂਜ਼ ਜਿਨ੍ਹਾਂ ਨੂੰ ਲੈ ਕੇ ਸਰਕਾਰ ਬਣੀ ਸੀ, ਜਿਹਨੂੰ ਕਿਹਾ ਗਿਆ ਸੀ ਵੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਅੱਜ ਉਹਨਾਂ ਦੇ ਵਿੱਚ ਟੋਟਲ ਫੇਲੀਅਰ ਰਹੀ ਹੈ। ਈਵਨ ਕਿ ਆਪਦੇ ਆਪ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੀ ਜਿਹੜੀ ਇਹ ਸਰਕਾਰ ਆ ਫੇਲ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਸੁਖ ਗਿੱਲ। ਅੱਜ ਅਸੀਂ ਮੌਜੂਦ ਹਾਂ ਮੋਗਾ ਵਿਖੇ, ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ, ਕਿਉਂਕਿ ਲੰਮੇ ਸਮੇਂ ਤੋਂ ਨਵਦੀਪ ਸੰਘਾ ਜੀ ਜਿਹੜੇ ਹਲਕਾ ਮੋਗਾ ਦੀ ਨੁਮਾਇੰਦਗੀ ਕਰ ਰਹੇ ਨੇ ਔਰ ਇਹਨਾਂ ਨੂੰ ਹਲਕਾ ਇੰਚਾਰਜ ਵੀ ਲਗਾਇਆ ਗਿਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਔਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਸ ਬੇਸ ਤੇ 2022 ਦੀ ਇਲੈਕਸ਼ਨ ਲੜੇਗੀ, ਉਹਦੇ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਆਪਾਂ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਸੁਖ ਜੀ। ਸੰਘਾ ਸਾਹਿਬ, ਅੱਜ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਮੋਗਾ ਵਿਖੇ ਔਰ ਹਲਕਾ ਇੰਚਾਰਜ ਵੀ ਤੁਹਾਨੂੰ ਅਨਾਉਂਸ ਕੀਤਾ ਗਿਆ। ਟਿਕਟ ਵੀ ਕਲੀਅਰ ਆ ਜਾਂ ਟਿਕਟ ਦਾ ਜੇ ਕੋਈ ਦੋ ਰਾਏ ਆ? ਦੇਖੋ, ਇੱਕ ਜਿਹੜੇ ਪਾਰਟੀ ਦੇ ਸਿਸਟਮ ਹੁੰਦਾ ਹਰੇਕ ਪਾਰਟੀ ਦਾ, ਕਿਤੇ ਵੀ ਇੱਕ ਵਾਰਾਂ ਜਿਹੜਾ ਮੂਵਮੈਂਟ ਬਣਾਉਣੀ ਹੁੰਦੀ ਹੈ ਜਾਂ ਜਿਹੜੀ ਆਰਗੇਨਾਈਜੇਸ਼ਨ ਹੈ ਜਾਂ ਕੋਈ ਵੀ ਜਦੋਂ ਇਲੈਕਸ਼ਨ ਦੀ ਮੂਵਮੈਂਟ ਚਲਾਉਣੀ ਆ, ਉਸ ਦੇ ਲਈ ਹਲਕਾ ਇੰਚਾਰਜ ਜਿਹੜਾ ਹੈਗਾ, ਪਿਛਲੀਆਂ ਪਾਰਟੀਆਂ ਦਾ ਵੀ ਤੁਸੀਂ ਵੇਖਦੇ ਆ, ਉਹਦੇ ਲਈ ਇੱਕ ਚੀਜ਼ ਜ਼ਰੂਰੀ ਹੋ ਜਾਂਦੀ ਹੈ ਕਿ ਜੋ ਪਾਰਟੀ ਦੀਆਂ ਐਕਟੀਵਿਟੀਜ਼ ਹੈ ਕਿਸੇ ਪਲੇਟਫਾਰਮ 'ਤੇ ਕਰਨੀਆਂ ਔਰ ਉਹਨਾਂ ਨੂੰ ਉਭਾਰ ਕੇ ਲੋਕਾਂ ਦੇ ਅੱਗੇ ਲੈ ਕੇ ਆਉਣਾ। ਸੋ ਇਸ ਕਰਕੇ ਪਾਰਟੀ ਨੇ ਜਿਹੜਾ ਇਹ ਪਿਛਲੀ ਪਰਫਾਰਮੈਂਸ ਨੂੰ ਦੇਖਦੇ ਹੋਏ, ਜਿਹੜੀ 2 ਸਾਲ 3 ਸਾਲ ਦੀ ਮੇਰੀ ਪਰਫਾਰਮੈਂਸ ਸੀਗੀ, ਇਸ ਤੋਂ ਪਹਿਲਾਂ ਵੀ ਮੈਂ ਹਲਕਾ ਇੰਚਾਰਜ ਰਿਹਾ ਸੀ, ਸੋ 1 ਸਾਲ ਦੇ ਲਈ ਤਕਰੀਬਨ ਢਾਂਚਾ ਭੰਗ ਰਿਹਾ। ਹੁਣ ਇਹ ਦੁਬਾਰਾ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਤਾਂ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਮੇਰੇ 'ਤੇ ਕੋਈ ਨਾ ਕੋਈ ਵਿਸ਼ਵਾਸ ਦਿਖਾਇਆ ਅਤੇ ਮੈਂ ਵੀ ਪਾਰਟੀ ਦਾ ਜਿਹੜਾ ਹੈਗਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ ਔਰ ਜਿਹੜਾ ਪਾਰਟੀ ਦੀਆਂ ਉਮੀਦਾਂ 'ਤੇ ਖਰਾ ਉਤਰੂੰਗਾ। ਜੇ ਗੱਲ ਕਰੀਏ ਆਪਾਂ ਸੁਖਪਾਲ ਖਹਿਰਾ ਦੀ, ਤਾਂ ਲੰਮਾ ਸਮਾਂ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਵੀ ਸੇਵਾ ਕੀਤੀ, ਫਿਰ ਉਹਨਾਂ ਨੇ ਆਪਣੀ ਵੀ ਪਾਰਟੀ ਬਣਾ ਲਈ, ਹੁਣ ਫਿਰ ਉਹ ਕਾਂਗਰਸ ਵਿੱਚ ਚਲੇ ਗਏ ਨੇ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸੁਖਪਾਲ ਖਹਿਰਾ ਦਾ ਸਟੈਂਡ ਆ ਉਹ ਕਿੱਦਾਂ ਦਾ ਆ? ਦੇਖੋ, ਇਹਦੇ 'ਚ ਤਾਂ ਮੇਰੇ ਖਿਆਲ ਮੈਨੂੰ ਕਹਿਣ ਦੀ ਕੁਝ ਲੋੜ ਨਹੀਂ। ਸੁਖਪਾਲ ਖਹਿਰਾ ਜੀ ਦਾ ਤਾਂ ਜੇ ਸਟੈਂਡ ਹੁੰਦਾ ਤਾਂ ਮਤਲਬ ਕਿ ਅੱਜ ਉਹ ਪਾਰਟੀ ਜਿਹਨੂੰ ਉਹ ਨਿੰਦਦੇ ਰਹੇ ਸੀ, ਜਿੱਥੋਂ ਉਹ ਬਰਗਾੜੀ ਦਾ ਇਨਸਾਫ ਮੰਗਦੇ ਰਹੇ ਸੀ, ਜਿੱਥੋਂ ਉਹ 84 ਦਾ ਇਨਸਾਫ ਮੰਗਦੇ ਰਹੇ ਸੀ, ਅੱਜ ਉਸੇ ਪਾਰਟੀ ਦੇ ਵਿੱਚ ਦੁਬਾਰਾ ਚਲੇ ਗਏ ਆ। ਇਹ ਸੁਖਪਾਲ ਖਹਿਰਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ, ਨਾ ਤੁਹਾਨੂੰ ਨਾ ਮੈਨੂੰ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ, ਲੋਕਾਂ ਨੇ ਸਵਾਲ ਕਰਨੇ ਆ ਵੀ ਤੁਸੀਂ ਅੱਜ ਕਾਂਗਰਸ ਪਾਰਟੀ ਦੇ ਨੁਮਾਇੰਦੇ ਬਣ ਕੇ ਸਾਡੀ ਕਚਹਿਰੀ 'ਚ ਆ ਗਏ ਆ। ਲੋਕਾਂ ਦੀ ਕਚਹਿਰੀ ਰੱਬ ਦੀ ਕਚਹਿਰੀ ਹੁੰਦੀ ਆ, ਉਹਦੇ 'ਚੋਂ ਪੁੱਛਣਗੇ ਕਿ ਜਦੋਂ ਬਰਗਾੜੀ ਔਰ 84 ਦੀਆਂ ਤੁਸੀਂ ਗੱਲਾਂ ਕਰਦੇ ਸੀਗੇ, ਉਦੋਂ ਕੀ ਕਾਂਗਰਸ ਮਾੜੀ ਸੀ? ਅੱਜ ਜਦੋਂ ਤੁਸੀਂ ਆਪਦੀ ਟਿਕਟ ਬਚਾਉਣ ਦੇ ਲਈ, ਆਪਦੀ MLA-ਸ਼ਿਪ ਬਚਾਉਣ ਦੇ ਲਈ ਅੱਜ ਤੁਹਾਨੂੰ ਕਾਂਗਰਸ ਚੰਗੀ ਲੱਗਣ ਲੱਗ ਗਈ, ਜਾਂ ਤੁਹਾਨੂੰ ਬਰਗਾੜੀ ਦਾ ਜਾਂ ਤੁਹਾਨੂੰ ਜਿਹੜਾ 84 ਦਾ ਜਿਹੜਾ ਹੈਗਾ ਉਹ ਇਨਸਾਫ ਮਿਲ ਗਿਆ? ਸੋ ਆਉਣ ਵਾਲੇ ਸਮੇਂ ਦੇ ਵਿੱਚ ਸੁਖਪਾਲ ਖਹਿਰਾ ਨੂੰ ਭੁਲੱਥ ਦੇ ਲੋਕ ਹੀ ਜਵਾਬ ਦੇ ਦੇਣਗੇ। ਜਿਹੜੇ ਲੋਕ ਖਹਿਰਾ ਪਾਰਟੀ ਦੇ ਨਾਲ ਜੁੜੇ ਸੀ ਜਾਂ ਖਹਿਰੇ ਨਾਲ ਜੁੜੇ ਸੀ, ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਕਿ ਉਹ ਕਿਸ ਪਾਰਟੀ ਨਾਲ ਜਾਣ? ਕਿਉਂਕਿ ਲੋਕ ਜਿਹੜੇ ਆਪਣੇ ਸਟੈਂਡ 'ਤੇ ਖੜੇ ਰਹਿੰਦੇ ਨੇ, ਲੀਡਰ ਕਈ ਵਾਰੀ ਬਦਲ ਜਾਂਦੇ ਨੇ। ਦੇਖੋ, ਸੁਖਪਾਲ ਸਿੰਘ ਖਹਿਰਾ ਦੇ ਨਾਲ ਬਹੁਤ ਇਮੋਸ਼ਨਲ ਬੰਦੇ ਜੁੜ ਗਏ ਸੀਗੇ, ਜਜ਼ਬਾਤੀ ਹੋ ਕੇ ਜੁੜੇ ਸੀ ਅਤੇ ਉਹਨਾਂ ਦੇ ਜਜ਼ਬਾਤਾਂ ਨਾਲ ਖੇਡੇ ਨੇ। ਸੁਖਪਾਲ ਸਿੰਘ ਖਹਿਰਾ ਬਹੁਤ ਸਾਰਿਆਂ ਦਾ ਜਿਹੜਾ ਮੈਂ ਸਮਝਦਾ ਪੋਲੀਟੀਕਲ ਕੈਰੀਅਰ ਸੀ, ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਿਆ। ਸੋ ਇਸ ਕਰਕੇ ਸਾਡੇ ਵੱਲੋਂ ਤਾਂ ਖੁੱਲ੍ਹੀਆਂ ਬਾਹਾਂ ਦੇ ਨਾਲ ਉਹਨਾਂ ਦਾ ਸਵਾਗਤ ਹੈ ਜੇ ਕੋਈ ਦੁਬਾਰਾ ਪਾਰਟੀ ਦੇ ਵਿੱਚ ਆਉਣਾ ਚਾਹੁੰਦਾ, ਕਿਉਂਕਿ ਇਹ ਲੜਾਈ ਜਿਹੜੀ ਸੀਗੀ ਕਿਸੇ ਪਾਰਟੀ ਨੂੰ ਲੈ ਕੇ ਨਹੀਂ ਸੀਗੀ, ਇਹ ਲੜਾਈ ਸੀਗੀ ਸਿਸਟਮ ਦੇ ਖਿਲਾਫ। ਲੜਾਈ ਸੀਗੀ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਕਰਪਸ਼ਨ ਚੱਲ ਰਹੀ ਹੈ, ਲੰਮੇ ਸਮੇਂ ਤੋਂ ਜਿਹੜਾ ਲੋਕਾਂ ਦਾ ਜਿਹੜਾ ਹੈਗਾ, ਲੋਕਾਂ ਦੇ ਹਿੱਤਾਂ ਦਾ ਜਿਹੜਾ ਕਾਣ ਹੋ ਰਿਹਾ, ਇਹ ਉਹਦੇ ਖਿਲਾਫ ਇੱਕ ਲੜਾਈ ਸੀਗੀ। ਉਹ ਅੰਦੋਲਨ ਦਾ ਜਿਹੜਾ ਹਿੱਸਾ ਸੀਗੇ ਉਹ ਲੋਕ, ਉਹਨਾਂ ਦੇ ਇਮੋਸ਼ਨਸ ਨੂੰ ਕੈਸ਼ ਕਰਕੇ, ਉਹਨਾਂ ਦੇ ਜਜ਼ਬਾਤਾਂ ਨੂੰ ਕੈਸ਼ ਕਰਕੇ ਸੁਖਪਾਲ ਖਹਿਰਾ ਨੇ ਆਪਣੇ ਮਗਰ ਲਾਏ ਸੀ। ਪਰ ਅੱਜ ਅਸੀਂ ਬੜੇ ਖੁੱਲ੍ਹੇ ਦਿਲ ਨਾਲ ਉਹਨਾਂ ਦਾ ਸਵਾਗਤ ਕਰਾਂਗੇ ਜੇ ਉਹ ਵਾਪਸ ਆਮ ਆਦਮੀ ਪਾਰਟੀ ਦੇ ਸਿਪਾਹੀ ਬਣਨਾ ਚਾਹੁੰਦੇ ਨੇ। ਜੇ ਹਲਕਾ ਧਰਮਕੋਟ ਦੀ ਗੱਲ ਕਰੀਏ ਤਾਂ ਢੋਸ ਪਰਿਵਾਰ ਦਾ ਇੱਕ ਪੂਰਾ ਨਾਮ ਸੀ ਸਿਆਸਤ ਦੇ ਵਿੱਚ। ਢੋਸ ਸਾਹਿਬ ਨੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਜਿਹੜੀ ਸੇਵਾ ਕੀਤੀ ਸੀ, ਪਰ ਉਹਨਾਂ ਦੇ ਪਿਛਲੇ ਦਿਨੀ ਦੇਹਾਂਤ ਹੋ ਗਿਆ।
ਉਹਨਾਂ ਦਾ ਸੁਪੁੱਤਰ ਜਿਹੜਾ ਲਾਡੀ ਢੋਸ ਆ ਉਹ ਤੁਹਾਡੀ ਹਾਜ਼ਰੀ ਦੇ ਵਿੱਚ ਆਪ ਦੇ ਵਿੱਚ ਸ਼ਾਮਲ ਹੋਇਆ। ਕਿਸ ਗੱਲ ਨੂੰ ਦੇਖ ਕੇ ਉਹ ਆਪ ਦੇ ਵਿੱਚ ਆਏ ਨੇ? ਦੇਖੋ, ਸਰਦਾਰ ਕੁਲਦੀਪ ਸਿੰਘ ਢੋਸ ਗਵਾਂਢੀ ਹਲਕੇ ਦੇ ਵਿੱਚ ਰਹੇ ਆ, ਹਾਲਾਂਕਿ ਸਾਡੇ ਸਤਿਕਾਰਯੋਗ ਅੰਕਲ ਜੀ ਸੀਗੇ ਉਹ, ਅਤੇ ਬੜਾ ਉਹਨਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਇਹਦਾ ਮਤਲਬ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਸੀ, ਈਵਨ ਕਿ ਮੈਂ ਉਹਨਾਂ ਦੀ ਜਿਹੜੀ ਡੈਥ ਸੈਰਮਨੀ ਸੀਗੀ ਉੱਥੇ ਗਿਆ ਵੀ ਸੀ। ਉੱਥੇ ਦੇ ਬੋਲਦੇ ਹੋਏ ਕਾਫੀ ਨੁਮਾਇੰਦਿਆਂ ਨੇ, ਜਿਹਦੇ 'ਚ ਕਾਂਗਰਸ ਦੇ ਵੀ ਸੀਗੇ, ਜਿਹਦੇ 'ਚ ਅਕਾਲੀ ਦਲ ਦੇ ਵੀ ਸੀਗੇ, ਔਰ ਉਹਨਾਂ ਨੇ ਇਹ ਗੱਲ ਕਹੀ ਸੀ, ਸ਼ਾਇਦ ਤੁਸੀਂ ਵੀ ਉੱਥੇ ਹੋ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਢੋਸ ਸਾਹਿਬ ਨੂੰ, ਢੋਸ ਪਰਿਵਾਰ ਨੂੰ ਅਸੀਂ ਬਣਦਾ ਮਾਨ ਸਨਮਾਨ ਨਹੀਂ ਦੇ ਸਕੇ, ਔਰ ਗੁਰੂ ਮਹਾਰਾਜ ਦੀ ਹਜ਼ੂਰੀ 'ਚੋਂ ਕਬੂਲ ਕਰਕੇ ਗਏ ਆ। ਤਾਂ ਮੈਨੂੰ ਨਹੀਂ ਲੱਗਦਾ ਵੀ ਜੇ ਉਹ ਉੱਥੇ ਬੋਲ ਕੇ ਗਏ ਆ ਤੇ ਢੋਸ ਪਰਿਵਾਰ ਨੇ ਜਾਂ ਉਹਨਾਂ ਦੇ ਬੇਟੇ ਨੇ, ਲਾਡੀ ਢੋਸ ਨੇ, ਕੋਈ ਗਲਤ ਕਦਮ ਚੁੱਕਿਆ ਹੋਊਗਾ, ਕਿਉਂਕਿ ਜਦੋਂ ਉਹਨਾਂ ਨੇ ਇੰਨੀ ਸੇਵਾ ਕੀਤੀ ਹੋਵੇ ਉਹਦੇ ਉਸ ਦੇ ਵਿੱਚ ਉਹਨਾਂ ਨੂੰ ਅੱਜ ਤੱਕ ਪਾਰਟੀ ਦੇ ਵਿੱਚ ਬਣਦਾ ਮਾਨ ਸਨਮਾਨ ਨਹੀਂ ਮਿਲਿਆ, ਤਾਂ ਉਹਨਾਂ ਨੇ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਨਾਲ ਚੱਲਣ ਦਾ ਜਿਹੜਾ ਹੈਗਾ ਫੈਸਲਾ ਕੀਤਾ। ਬਾਕੀ ਬਤੌਰ ਵਰਕਰ, ਬਤੌਰ ਵਲੰਟੀਅਰ ਕੋਈ ਵੀ ਪਾਰਟੀ ਚਾਹੁੰਦਾ, ਅਸੀਂ ਉਹਦਾ ਤਹਿ ਦਿਲੋਂ ਸਵਾਗਤ ਕਰਦੇ। ETT ਯੂਨੀਅਨ ਦੇ ਪੰਜਾਬ ਪ੍ਰਧਾਨ ਸੀਗੇ, ਉਹ ਵੀ ਆਪ ਦੇ ਵਿੱਚ ਸ਼ਾਮਲ ਹੋਏ ਨੇ ਹਲਕਾ ਧਰਮਕੋਟ ਤੋਂ ਪਿਛਲੇ ਦਿਨੀ, ਔਰ ਲਾਡੀ ਢੋਸ ਵੀ ਹੋਏ ਨੇ। ਦੋਨਾਂ ਵਿੱਚ ਹੁਣ ਟਿਕਟ ਨੂੰ ਲੈ ਕੇ ਕਸ਼ਮਕਸ਼ ਆ ਜਾਂ ਨਿਰਸਵਾਰਥ ਪਾਰਟੀ ਵਿੱਚ ਆਏ ਨੇ? ਦੇਖੋ, ਜਿਹੜੇ ਜਸਵਿੰਦਰ ਸਿੰਘ ਸਿੱਧੂ ਨੇ ਉਹ ਵੀ ਬੜੇ ਵਧੀਆ ਇਨਸਾਨ ਨੇ, ਚਲੋ ਮੁਲਾਜ਼ਮਾਂ ਦੇ ਹੱਕਾਂ ਦੇ ਲਈ ਲੜਾਈ ਲੜਦੇ ਰਹੇ ਆ, ਔਰ ਇੱਕ ਆਰਗੇਨਾਈਜ਼ਡ ਸੰਘਰਸ਼ ਦਾ ਹਿੱਸਾ ਉਹ ਰਹੇ ਨੇ। ਬੜਾ ਲੰਮਾ ਸੰਘਰਸ਼ ਉਹਨਾਂ ਨੇ ਕੀਤਾ ETT ਯੂਨੀਅਨਸ ਦੇ ਲਈ, ਉਹਨਾਂ ਦੇ ਅਧਿਆਪਕਾਂ ਦੇ ਲਈ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਤੱਕ ਪਾਰਟੀ ਦੀ ਟਿਕਟ ਦਾ ਸਵਾਲ ਹੈਗਾ, ਅਤੇ ਮੈਨੂੰ ਇਹ ਲੱਗਦਾ ਵੀ ਦੋਨੇ ਹੀ ਜਿਹੜੇ ਸਾਥੀ ਨੇ ਨਿਰਸਵਾਰਥ ਪਾਰਟੀ 'ਚ ਸ਼ਾਮਲ ਹੋਏ ਨੇ, ਜਿੰਨਾ ਕੁ ਪਤਾ ਲੱਗਿਆ। ਆਉਣ ਵਾਲੇ ਸਮੇਂ ਦੇ ਵਿੱਚ ਜਿਹਨੂੰ ਵੀ ਪਾਰਟੀ ਟਿਕਟ ਦੇਊਗੀ ਇੱਕ ਦੂਜੇ ਦੀ ਉਹ ਮਦਦ ਕਰਨਗੇ, ਔਰ ਜਿਹੜੀ ਧਰਮਕੋਟ ਸੀਟ ਹੈਗੀ ਆ ਉਹਨੂੰ ਆਮ ਆਦਮੀ ਪਾਰਟੀ ਦੀ ਝੋਲੀ ਪਾਉਣ ਦੀ ਕੋਸ਼ਿਸ਼ ਕਰਨਗੇ, ਕਿਉਂਕਿ ਬੜੇ ਲੰਮੇ ਸਮੇਂ ਤੋਂ ਪਹਿਲਾਂ ਹਲਕਾ ਉਹ ਰਿਜ਼ਰਵ ਰਿਹਾ, ਫਿਰ ਉੱਥੇ ਧੜੇਬੰਦੀ ਦੇ ਸ਼ਿਕਾਰ ਰਹੇ ਨੇ ਲੋਕ, ਜਿਹਦੇ ਕਾਰਨ ਡਿਵੈਲਪਮੈਂਟ ਵੀ ਨਹੀਂ ਹੋ ਸਕੀ। ਸੋ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦੀ ਉਹਨਾਂ ਦੀ ਕੋਈ ਟਿਕਟ ਦੀ ਰੇਸ ਹੈਗੀ ਆ। ਦੋਨੇ ਹੀ, ਕਿਉਂਕਿ ਉਹਨਾਂ ਦਾ ਢੋਸ ਸਾਹਿਬ ਦਾ ਬੇਟਾ ਔਰ ਸਿੱਧੂ ਸਾਹਿਬ, ਇਹ ਦੋਨੋਂ ਮਤਲਬ ਕਿ ਇੱਕ ਸਿਸਟਮ ਦੇ ਖਿਲਾਫ ਲੜਾਈ ਲੜਨ ਦੇ ਲਈ, ਚਾਹੇ ਪੋਲੀਟੀਕਲ ਪਲੇਟਫਾਰਮ 'ਤੇ ਹੋਵੇ, ਚਾਹੇ ਸੋਸ਼ਲ ਪਲੇਟਫਾਰਮ 'ਤੇ ਹੋਵੇ, ਉਸ ਪਲੇਟਫਾਰਮ 'ਤੇ ਲੜਾਈ ਲੜਨ ਦੇ ਲਈ ਆਮ ਆਦਮੀ ਪਾਰਟੀ ਸ਼ਾਮਲ ਹੋਈ। ਸੰਜੀਵ ਕੋਛੜ ਦਾ ਜੇ ਨਾਮ ਲਈਏ ਤਾਂ ਉਹ ਵੀ ਬਹੁਤ ਪੁਰਾਣੇ ਹਲਕਾ ਧਰਮਕੋਟ ਦੀ ਸੇਵਾ ਕਰ ਰਹੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਹ ਟਿਕਟ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦੇਣੀ ਚਾਹੀਦੀ ਹੈ? ਦੇਖੋ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਕਿਸੇ ਨੂੰ ਵੀ ਲਿਬਰਟੀ ਹੈ, ਕਿਸੇ ਨੂੰ ਵੀ ਕੋਈ ਆਉਣ ਤੋਂ ਰੋਕ ਨਹੀਂ ਸਕਦਾ ਵਾ, ਚਾਹੇ ਕੋਈ ਵੀ ਹਲਕਾ ਹੈ। ਅਤੇ ਜਿੱਥੋਂ ਤੱਕ ਟਿਕਟ ਦਾ ਸਵਾਲ ਆਉਂਦਾ ਹੈ, ਟਿਕਟ ਜਿਹੜੀ ਹੈਗੀ ਪਾਰਟੀ ਨੇ ਸਰਵੇ 'ਤੇ ਸਰਵੇਖਣ ਕਰਕੇ ਪਬਲਿਕ ਵੋਇਸ 'ਤੇ ਹੀ ਦੇਣੀ ਹੈ। ਸੋ ਸੰਜੀਵ ਕੋਛੜ ਸਾਡੇ ਬਹੁਤ ਪੁਰਾਣੇ ਪਲੇਅਰ ਨੇ, ਆਮ ਆਦਮੀ ਪਾਰਟੀ ਦੇ ਬੜੇ ਜੁਝਾਰੂ ਸਾਥੀ ਨੇ। ਸੰਘਰਸ਼ ਦੇ ਟਾਈਮ ਦੇ ਵਿੱਚ ਉਹਨਾਂ ਨੇ ਬੜਾ ਕੰਮ ਕੀਤਾ ਹੈਗਾ, ਪਰ ਜਿਹੜਾ ਬੰਦਾ ਸੰਘਰਸ਼ ਦੇ ਖਿਲਾਫ ਲੜਾਈ ਲੜ ਰਿਹਾ ਹੈਗਾ ਤਾਂ ਉਹ ਇੱਕ ਜਜ਼ਬਾ ਰੱਖਦਾ, ਉਹਦੇ ਲਈ ਟਿਕਟ ਵੱਡੀ ਨਹੀਂ ਹੁੰਦੀ ਗੀ। ਸਾਡੇ ਜਿਹੜੇ ਸਾਥੀ ਨੇ ਸਾਰੀ ਕੋਈ ਟਿਕਟ ਮਾਇਨਾ ਨਹੀਂ ਰੱਖਦੀ ਗੀ। ਜਿਹੜਾ ਇਸ ਸਿਸਟਮ ਦੇ ਖਿਲਾਫ ਲੜਾਈ ਹੈ, ਉਹ ਲੜਾਈ ਜਿੱਤਣੀ ਕਿਵੇਂ ਆ, ਉਹ ਚੀਜ਼ ਮਾਇਨਾ ਰੱਖਦੀ। ਕੈਪਟਨ ਸਰਕਾਰ ਘਰ ਘਰ ਨੌਕਰੀ ਦੇਣ ਦੀ ਬਜਾਏ ਆਪਣੇ ਹੀ ਘਰਾਂ ਨੂੰ ਨੌਕਰੀਆਂ ਦੇਣ ਲੱਗ ਗਏ ਨੇ, ਕਿਉਂਕਿ MLA ਤੇ ਉਹਨਾਂ ਦੇ ਪੁੱਤਰਾਂ ਨੂੰ ਜਾਂ ਉਹਨਾਂ ਦੇ ਭਤੀਜਿਆਂ ਨੂੰ ਨੌਕਰੀਆਂ, ਪਿੱਛੇ ਵੀ ਸਰਦਾਰ ਬੇਅੰਤ ਸਿੰਘ ਦੇ ਪੋਤੇ ਨੂੰ ਨੌਕਰੀ ਦਿੱਤੀ ਆ। ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਲੋਕ ਨੇ ਪੰਜਾਬ ਦੇ, ਉਹ ਕੀ ਮਹਿਸੂਸ ਕਰ ਰਹੇ ਨੇ, ਜਿਹੜੇ ਨੌਜਵਾਨ ਬੇਰੁਜ਼ਗਾਰ ਫਿਰ ਰਹੇ ਨੇ? ਦੇਖੋ, ਅੱਜ ਦੀ ਡੇਟ ਦੇ ਵਿੱਚ 3 ਬਰਨਿੰਗ ਇਸ਼ੂ ਨੇ ਪੰਜਾਬ ਦੇ, ਹੌਟ ਬਰਨਿੰਗ ਇਸ਼ੂ ਨੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਸਮਝਦਾ ਬੇਰੁਜ਼ਗਾਰੀ ਹੈ, ਅਨਇੰਪਲੋਇਮੈਂਟ। ਦੂਸਰੇ ਨੰਬਰ 'ਤੇ ਡਰੱਗਸ, ਨਸ਼ਾ ਜਵਾਨੀ ਦੇ ਵਿੱਚ ਜਿਹੜਾ ਫੈਲਿਆ ਹੋਇਆ, ਔਰ ਇੱਕ ਬੇਅਦਬੀ ਦਾ। 3 ਮੇਜਰ ਇਸ਼ੂਜ਼ ਨੇ ਪੰਜਾਬ ਦੇ, ਔਰ ਇਹ 3 ਮੇਜਰ ਇਸ਼ੂਜ਼ ਜਿਨ੍ਹਾਂ ਨੂੰ ਲੈ ਕੇ ਸਰਕਾਰ ਬਣੀ ਸੀ, ਜਿਹਨੂੰ ਕਿਹਾ ਗਿਆ ਸੀ ਵੀ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਅੱਜ ਉਹਨਾਂ ਦੇ ਵਿੱਚ ਟੋਟਲ ਫੇਲੀਅਰ ਰਹੀ ਹੈ। ਈਵਨ ਕਿ ਆਪਦੇ ਆਪ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਵੀ ਜਿਹੜੀ ਇਹ ਸਰਕਾਰ ਆ ਫੇਲ ਰਹੀ ਹੈ। ਅੱਜ ਤੁਸੀਂ ਦੇਖੋ, ਜੇ ਥਾਂ ਤੇ ਵੇਖੀਏ ਤਾਂ ਆਪਦੀ ਪਾਰਟੀ ਦੇ ਵਿੱਚ ਹੀ ਥਾਂ ਤੇ ਐਡਵਰਟਾਈਜ਼ਮੈਂਟ ਹੋ ਰਹੀ ਹੈ, ਪੰਜਾਬ ਦਾ ਇੱਕ ਹੀ ਕੈਪਟਨ ਤਾਂ ਇੱਕੋ ਹੀ ਹੁੰਦਾ ਹੈ। ਉਹ ਅਸੀਂ ਇਹ ਕਹਿੰਦੇ ਉਹ ਕਾਂਗਰਸ ਦਾ ਕੈਪਟਨ ਹੋਊਗਾ, ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦਾ ਕੈਪਟਨ ਚੁਣਿਆ ਸੀ ਕਿ ਸਾਡਾ ਕੈਪਟਨ ਨੌਜਵਾਨਾਂ ਨੂੰ ਰੋਜ਼ਗਾਰ ਦੇਊਗਾ,
ਕਿ ਸਾਡਾ ਕੈਪਟਨ ਪੰਜਾਬ ਨੂੰ ਨਸ਼ਾ ਮੁਕਤ ਕਰੂਗਾ, ਕਿ ਸਾਡਾ ਕੈਪਟਨ ਬੇਅਦਬੀ ਦਾ ਜਿਹੜਾ ਹੈਗਾ ਉਹਦਾ ਫੈਸਲਾ ਕਰਵਾਊਗਾ ਜੋ ਕਾਨੂੰਨ। ਪਰ ਅਨਫੋਰਚੂਨੇਟਲੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਕੈਪਟਨ ਕਿਹਦਾ ਕੈਪਟਨ ਨਿਕਲਿਆ? ਕੈਪਟਨ ਨਿਕਲਿਆ ਇਹ ਸੈਂਡ ਮਾਫੀਆ ਦਾ, ਕੈਪਟਨ ਨਿਕਲਿਆ ਇਹ ਲੈਂਡ ਮਾਫੀਆ ਦਾ, ਕੈਪਟਨ ਨਿਕਲਿਆ ਇਹ ਕੇਬਲ ਮਾਫੀਆ ਦਾ, ਕੈਪਟਨ ਨਿਕਲਿਆ ਇਹ ਰੇਤ ਮਾਫੀਆ ਦਾ। ਹੋਰ ਤਾਂ ਹੋਰ, ਮੈਂ ਤਾਂ ਬੜੇ ਸ਼ਰਮ ਨਾਲ ਕਹਿ ਰਿਹਾ, ਕੈਪਟਨ ਨਿਕਲਿਆ ਸਿਰਫ ਤੇ ਸਿਰਫ ਕੈਪਟਨ ਹੈਗਾ ਤਾਂ ਆਪਣੀ ਪਾਕਿਸਤਾਨੀ ਦੋਸਤ ਰੂਸਾ ਆਲਮ ਦਾ, ਇਹ ਪੰਜਾਬ ਦਾ ਕੈਪਟਨ ਨਹੀਂ ਹੈਗਾ। ਸੋ ਲੋਕਾਂ ਨੂੰ ਭਲੀ ਭਾਂਤ ਇਹ ਜਾਣੂ ਹੋ ਗਿਆ ਸਾਰਾ ਕੁਝ ਕਿ ਜਿਹੜੇ ਝੂਠੇ ਵਾਅਦੇ ਕਰਕੇ ਸਰਕਾਰ ਬਣੀ ਸੀਗੀ ਉਹਨਾਂ ਚੋਂ ਇੱਕ ਵੀ ਵਾਅਦਾ ਇਹ ਪੂਰਾ ਨਹੀਂ ਕਰ ਸਕੇ। ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ, ਜਦੋਂ ਲੋਕਾਂ ਦੀ ਕਚਹਿਰੀ 'ਚ ਲੋਕ ਜਾਣਗੇ ਉਹਦਾ ਜਵਾਬ ਲੋਕ ਦੇਣਗੇ। ਇਹ 2022 ਚ ਆਮ ਆਦਮੀ ਪਾਰਟੀ ਕਿਹੜੇ ਏਜੰਡਿਆਂ ਦੇ ਉੱਪਰ ਇਲੈਕਸ਼ਨ ਲੜੇਗੀ? ਲੋਕਾਂ ਨੂੰ ਕੀ ਵਾਅਦੇ ਕਰਕੇ ਜਿਹੜੀ ਸਰਕਾਰ ਬਣਾਈ ਜਾਵੇਗੀ ਤੇ ਵਾਅਦੇ ਪੂਰੇ ਵੀ ਕੀਤੇ ਜਾਣਗੇ ਕਿ ਕੈਪਟਨ ਵਾਂਗ ਲਾਰੇ ਹੀ ਰਹਿਣਗੇ? ਦੇਖੋ, ਅਸੀਂ ਵਾਅਦੇ ਜਿਹੜੇ ਹੈਗੇ ਆ ਪੂਰੇ ਕੀਤੇ ਜਾ ਸਕਦੇ ਆ। ਦਿੱਲੀ 'ਚ ਹੋਏ, ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਇੱਕ ਰੈਵਨਿਊ ਸਟੇਟ ਆ, ਬਹੁਤ ਵੱਡਾ ਰੈਵਨਿਊ ਇਹਦੇ 'ਚ ਆਉਂਦਾ। ਕਿੰਨੇ ਨੈਚੁਰਲ ਰਿਸੋਰਸਿਸ ਨੇ, ਰੇਤਾ, ਬਜਰੀ, ਲੈਂਡ, ਹੈ ਨਾ, ਸੈਂਡ ਦੇ ਵਿੱਚੋਂ ਕਿੰਨਾ ਰੈਵਨਿਊ ਆ ਸਕਦਾ ਹੈਗਾ। ਪਰ ਅੱਜ ਉਹ ਜਿਹੜੀ ਤਜ਼ੋਰੀ ਹੈਗੀ ਆ ਉਹ ਇਹਨਾਂ ਜਿਹੜੇ ਮਾਫੀਆ ਨੇ ਉਹਨਾਂ ਦੀ ਭਰ ਰਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਉਹ ਪੁਰਾਣੀ ਪੈਨਸ਼ਨ ਸਕੀਮ ਸੀ, ਓਲਡ ਏਜ ਪੈਨਸ਼ਨ ਸਕੀਮ ਬਹਾਲ ਕਰਨ ਦੀ ਕੋਸ਼ਿਸ਼ ਕਰੂਗੀ ਸਭ ਤੋਂ ਪਹਿਲਾਂ। ਦੂਸਰਾ, ਨੌਜਵਾਨਾਂ ਨੂੰ ਬਣਦਾ ਹੱਕ ਉਹਨਾਂ ਦਾ, ਉਹ ਰੁਜ਼ਗਾਰ ਜਿਹੜਾ ਹੈਗਾ ਉਹ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ। ਔਰ ਤੀਸਰਾ, ਹੈਲਥ ਔਰ ਐਜੂਕੇਸ਼ਨ ਜਿਹੜਾ ਸਾਡਾ ਟੌਪ ਪ੍ਰਾਇੋਰਟੀ 'ਤੇ ਏਜੰਡਾ ਹੈਗਾ, ਇਹਨਾਂ ਚੀਜ਼ਾਂ 'ਤੇ ਅਸੀਂ ਕੰਮ ਕਰਾਂਗੇ। ਔਰ ਸਭ ਤੋਂ ਵੱਡੀ ਗੱਲ ਆ, ਪਿਛਲੀ ਵਾਰੀ ਸਾਨੂੰ ਜਦੋਂ 2017 ਦੀ ਇਲੈਕਸ਼ਨ ਸੀ ਤਾਂ ਉਦੋਂ ਸਾਨੂੰ ਸਵਾ ਕੁ ਸਾਲ ਦਿੱਲੀ ਦੇ ਵਿੱਚ ਸਰਕਾਰ ਹੰਢਾਈ ਨੂੰ ਹੋਇਆ ਸੀ। ਉਦੋਂ ਨਾ ਹੀ ਤਾਂ ਕੰਮ ਕੀਤਾ ਗਿਆ ਕਿਉਂਕਿ LG ਦਾ ਔਰ CM ਸਾਹਿਬ ਦਾ ਬਹੁਤ ਪ੍ਰੋਬਲਮ ਰਹੀ। LG ਨੇ ਕੋਈ ਵੀ ਕੰਮ ਜਿਹੜੇ ਹੈਗੇ ਆ CM ਸਾਹਿਬ ਦੇ ਹੋਣ ਨਹੀਂ ਦਿੱਤੇ, ਅਰਵਿੰਦ ਕੇਜਰੀਵਾਲ ਦੇ। ਇਸ ਵਾਰ ਸਾਡੇ ਕੋਲ ਇੱਕ ਬਹੁਤ ਵਧੀਆ ਰਿਪੋਰਟ ਕਾਰਡ ਹੈ, ਬਹੁਤ ਵਧੀਆ ਪ੍ਰੋਗਰਾਮ ਹੈ ਕਿ ਦਿੱਲੀ ਦੇ ਵਿੱਚ ਅਸੀਂ ਇਸ ਪੈਟਰਨ 'ਤੇ ਆਹ ਚੀਜ਼ਾਂ ਦਾ ਆਹ ਕੰਮ ਕੀਤਾ, ਆਹ ਡਿਵੈਲਪਮੈਂਟ ਕੀਤੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੇ ਹੈਗੇ ਆ ਪ੍ਰੋਗਰਾਮ ਲੈ ਕੇ ਲੋਕਾਂ ਦੀ ਕਚਹਿਰੀ ਜਾਵਾਂਗੇ। ਔਰ 2022 ਦੇ ਵਿੱਚ ਇੱਕ ਡਿਵੈਲਪਮੈਂਟ ਕੋਈ ਬਦਲੇ ਦੀ ਭਾਵਨਾ ਨਾਲ ਨਹੀਂ, ਜਿਵੇਂ ਇਹ ਕਹਿੰਦੇ ਸੀਗੇ ਇਹਨੂੰ ਫਲਾਣੇ ਨੂੰ ਆਹ ਕਰ ਦਿਓ ਕਰ ਦਿਓ। ਔਨ ਡਿਵੈਲਪਮੈਂਟ ਅਸੀਂ ਇੱਕ ਪ੍ਰੋਗਰਾਮ ਲੈ ਕੇ ਆਵਾਂਗੇ ਲੋਕਾਂ ਦੀ ਕਚਹਿਰੀ 'ਚ, ਸਰਕਾਰ ਬਣਾਵਾਂਗੇ। ਪੰਜਾਬ ਦੀ ਜਵਾਨੀ ਨੂੰ ਗੈਂਗਸਟਰ ਬਣਾਉਣ ਦੇ ਵਿੱਚ ਕਿਹਨੂੰ ਦੋਸ਼ੀ ਮੰਨਦੇ ਹੋ? ਕਿਉਂਕਿ ਹੁਣ ਜਿਹੜਾ ਜੈਪਾਲ ਤੇ ਜੱਸੀ ਖਰੜ ਦਾ ਇਨਕਾਊਂਟਰ ਕੀਤਾ ਗਿਆ ਉਹ ਵੀ ਫੇਕ ਦੱਸਿਆ ਜਾ ਰਿਹਾ। ਜੈਪਾਲ ਦੇ ਪਿਓ ਵੱਲੋਂ ਜੈਪਾਲ ਦੀ ਬੋਡੀ ਰੱਖ ਕੇ ਮਤਲਬ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਕਿ ਜਿਹੜਾ ਇਹਨਾਂ ਨੂੰ ਪਹਿਲਾਂ ਫੜਿਆ ਗਿਆ ਸੀ ਤਾਂ ਬਾਅਦ 'ਚ ਪਿੱਠ ਵਿੱਚ ਗੋਲੀਆਂ ਮਾਰੀਆਂ ਗਈਆਂ। ਦੋਸ਼ੀ ਕਿਹਨੂੰ ਮੰਨਦੇ ਹੋ ਇਹਦੇ? ਦੋਸ਼ੀ ਸਿਸਟਮ ਹੈ ਜੀ, ਦੋਸ਼ੀ ਸਿਸਟਮ ਹੈ। ਦੋਸ਼ੀ ਅਨਪਲਾਇਮੈਂਟ ਹੈ, ਜਿਹਦੇ ਕਾਰਨ ਸਰਕਾਰਾਂ ਦੋਸ਼ੀ ਨੇ, ਜਿਹਦੇ ਕਾਰਨ ਕਿਤੇ ਨਾ ਕਿਤੇ ਨੌਜਵਾਨ ਗੁੰਮਰਾਹ ਹੋ ਰਹੇ, ਚਾਹੇ ਕਿਤੇ ਕੋਈ ਗੈਂਗਸਟਰ ਬਣ ਰਿਹਾ, ਕੋਈ ਚੈਨ ਸਨੇਚਰ ਬਣ ਰਿਹਾ, ਕਿਸੇ ਨੂੰ ਰੁਜ਼ਗਾਰ ਨਹੀਂ ਮਿਲਦਾ, ਕਿਸੇ ਨੂੰ ਉਹਦੇ ਰੁਤਬੇ ਮੁਤਾਬਕ ਰੁਜ਼ਗਾਰ ਨਹੀਂ ਮਿਲਦਾ ਗਾ। ਸੋ ਤੁਸੀਂ ਦੇਖੋ ਬਹੁਤ ਸਾਰਾ ਸਿਸਟਮ ਹੈ ਇਸ ਤਰ੍ਹਾਂ ਦਾ। ਕਿੱਡੇ ਇੰਟੈਲੀਜੈਂਟ ਬੰਦੇ ਹੁੰਦੇ ਆ ਜਿਹੜੇ ਤੁਹਾਡੇ ਮੋਬਾਈਲਾਂ 'ਚੋਂ ਪੈਸੇ ਕੱਢ ਲੈਂਦੇ ਆ। ਇਹਦਾ ਮਤਲਬ ਉਹਨਾਂ ਦਾ ਦਿਮਾਗ ਆਪਾਂ ਸਹੀ ਪਾਸੇ ਵੀ ਵਰਤ ਸਕਦੇ ਆ। ਸਰਕਾਰਾਂ ਉਹਨਾਂ ਨੂੰ ਵਰਤਣ 'ਚ ਫੇਲ ਰਹੀਆਂ। ਇਹ ਜਿੰਨੇ ਕੁ ਵੀ ਇਹ ਗੈਂਗਸਟਰ ਜਿਨ੍ਹਾਂ ਨੂੰ ਕਹਿੰਦੇ ਆ ਤੁਸੀਂ, ਕਿਤੇ ਨਾ ਕਿਤੇ ਪੋਲੀਟੀਕਲ ਸ਼ੈਲਟਰ ਨਾਲ ਪਹਿਲਾਂ ਇਹਨਾਂ ਨੂੰ ਪਾਲਿਆ ਜਾਂਦਾ, ਫਿਰ ਕਿਤੇ ਨਾ ਕਿਤੇ ਜਦੋਂ ਪ੍ਰੋਬਲਮ ਆਉਂਦੀ ਆ ਉਹਨਾਂ ਤੋਂ ਹੱਥ ਖਿੱਚਿਆ ਜਾਂਦਾ। ਸੋ ਇਸ ਕਰਕੇ ਜਿਹੜਾ ਹੈਗਾ ਵੀ ਇਹ ਜਿੱਥੇ ਵੀ ਇਹ ਪ੍ਰੋਬਲਮ ਕ੍ਰੀਏਟ ਹੋਈ ਹੈ, ਜਿੱਥੇ ਵੀ ਇਹ ਗੈਂਗਸਟਰ ਪੈਦਾ ਹੋਏ ਆ, ਜਿੱਥੇ ਵੀ ਕੋਈ ਐਂਟੀ ਸੋਸ਼ਲ ਐਲੀਮੈਂਟਸ ਪੈਦਾ ਹੁੰਦੇ ਆ, ਉਹਦੇ ਵਿੱਚ ਸੁਸਾਇਟੀ ਦਾ, ਸਰਕਾਰਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ। ਸੋ ਇਹਦੇ ਲਈ ਮੈਂ ਸਰਕਾਰਾਂ ਨੂੰ ਜ਼ਿੰਮੇਵਾਰ ਬਣਦਾ ਹੈਗਾ ਕਿ ਕਿਉਂ ਮਤਲਬ ਕਿ ਪੋਲੀਟੀਕਲ ਪਲੇਟਫਾਰਮਸ 'ਤੇ ਕਿਉਂ ਅੱਜ ਸਕੂਲਾਂ ਕਾਲਜਾਂ ਦੀਆਂ ਜਿਹੜੀਆਂ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਦੂਜੀਆਂ ਪਾਰਟੀਆਂ ਕਿਉਂ ਇੰਟਰਫੇਅਰ ਕਰਦੀਆਂ, ਕਿਉਂ ਉਹਨਾਂ ਦੇ ਲੀਡਰ ਵਿੱਚ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਇਹ ਇੱਕ ਸਪਿਰਿਟ ਦੇ ਨਾਲ ਇਲੈਕਸ਼ਨ ਹੋਣ। ਤਾਂ ਹੋ ਸਕਦਾ ਉੱਥੋਂ ਮੈਂ ਤਾਂ ਬਹੁਤ ਸਾਰਿਆਂ ਦੀਆਂ ਉਦਾਹਰਨਾਂ ਵੇਖੀਆਂ ਕਿ ਕਾਲਜਾਂ ਦੀ ਲੜਾਈ ਤੋਂ ਸ਼ੁਰੂ ਹੁੰਦੀਆਂ ਨੇ, ਮਾੜੀਆਂ ਮੋਟੀਆਂ ਹਾਕੀਆਂ ਡੰਡਿਆਂ ਦੀਆਂ ਲੜਾਈਆਂ ਤੋਂ ਸ਼ੁਰੂ ਹੋ ਕੇ ਪਿਸਟਲ ਦੀਆਂ ਲੜਾਈਆਂ ਬਣ ਜਾਂਦੀਆਂ ਹੈਗੀਆਂ ਅਤੇ ਉਹ ਮੁੜ ਕੇ ਗੈਂਗਸਟਰ ਦਾ ਰੂਪ ਧਾਰ ਕਰ ਜਾਂਦੀਆਂ, ਗੈਂਗ ਵਾਰ ਦਾ ਰੂਪ ਧਾਰਨ ਕਰ ਜਾਂਦੀਆਂ। ਸੋ ਇਸ ਕਰਕੇ ਜਿਹੜਾ ਆਪਣਾ ਸਿਸਟਮ ਹੈ ਉਹ ਸਭ ਤੋਂ ਵੱਡਾ ਜ਼ਿੰਮੇਵਾਰ ਹੈ। ਪੰਜਾਬ ਦੀ ਜਵਾਨੀ ਨੂੰ ਅਖੀਰ ਤੇ ਕੀ ਅਪੀਲ ਕਰਨਾ ਚਾਹੁੰਦੇ ਕਿ ਕਿਸ ਤਰ੍ਹਾਂ ਦੇ ਸਿਸਟਮ ਨਾਲ ਜੁੜਨ ਤਾਂ ਗੈਂਗਸਟਰ ਨਾ ਬਣਨ, ਨੌਜਵਾਨ ਕਿਸ ਕੰਮਾਂ ਤੋਂ ਦੂਰ ਰਹਿਣ? ਦੇਖੋ, ਤੁਸੀਂ ਪੰਜਾਬ ਦੀ ਜਵਾਨੀ ਦੀ ਗੱਲ ਕੀਤੀ ਹੈ।
ਆਪਾਂ ਸਾਰੇ ਇੱਥੇ ਕਹਿ ਦਿੰਦੇ ਆ ਵੀ ਪੰਜਾਬ ਦੇ ਜਿਹੜੇ ਜਵਾਨ ਆ ਇਹ ਵਿਹਲੇ ਆ, ਨਿਕੰਮੇ ਆ, ਨਸ਼ਈ ਆ, ਗੈਂਗਸਟਰ ਹੈ, ਲੁੱਟਰ ਹੈ, ਇਸ ਤਰ੍ਹਾਂ ਦੇ ਭੱਦੇ ਸ਼ਬਦ ਵਰਤਦੇ ਆ। ਪਰ ਤੁਸੀਂ ਮੈਨੂੰ ਦੱਸੋ, ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋਵੋਗੇ, ਉਸ ਪਿੰਡ ਦੇ ਵਿੱਚੋਂ ਵੀ ਜਿਨ੍ਹਾਂ ਨੂੰ ਤੁਸੀਂ ਵਿਹਲੜ ਕਹਿੰਦੇ ਹੋਵੋਗੇ, ਅੱਜ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਕੋਈ ਟਰੱਕ ਚਲਾ ਰਿਹਾ, ਕੋਈ ਰੀਅਲ ਸਟੇਟ ਦਾ ਕੰਮ ਕਰ ਰਿਹਾ, ਕੋਈ ਵਧੀਆ ਬਿਜ਼ਨਸ ਦਾ ਕੰਮ ਕਰ ਰਿਹਾ ਹੈਗਾ। ਸੋ ਇਹਦਾ ਮਤਲਬ ਇਹਦੇ ਤੋਂ ਸਿੱਧ ਹੁੰਦਾ, ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਗਿਆ, ਪੰਜਾਬ ਦੀ ਕਿਸਾਨੀ, ਪੰਜਾਬ ਦੀ ਜਵਾਨੀ 'ਚ ਕੋਈ ਨੁਕਸ ਨਹੀਂ। ਪੰਜਾਬ ਦੇ ਸਿਸਟਮ ਦੇ ਵਿੱਚ, ਸਰਕਾਰ ਦੇ ਸਿਸਟਮ ਦੇ ਵਿੱਚ, ਔਰ ਕੇਂਦਰ ਦੀਆਂ ਸਰਕਾਰਾਂ ਔਰ ਹਿੰਦੁਸਤਾਨ ਦੀਆਂ ਸਰਕਾਰਾਂ ਦਾ ਜਿਹੜਾ ਸਿਸਟਮ ਹੈ ਉਹਦਾ ਨੁਕਸ ਹੈ। ਇੱਥੋਂ ਦਾ ਵਿਹਲੜ ਆਸਟ੍ਰੇਲੀਆ ਜਾ ਕੇ ਕਾਮਯਾਬ ਹੈ, ਇੱਥੋਂ ਦਾ ਵਿਹਲੜ ਕੈਨੇਡਾ ਜਾ ਕੇ ਕਾਮਯਾਬ ਹੈ, ਇੱਥੋਂ ਦਾ ਜਿਹਨੂੰ ਵਿਹਲੜ ਕਹਿ ਕੇ ਤੁਸੀਂ ਮਤਲਬ ਕਿ ਉਹ ਬੰਦਾ ਬੈਡ ਐਲੀਮੈਂਟ ਆਫ ਸੋਸਾਇਟੀ ਬਣ ਜਾਂਦਾ ਹੈਗਾ, ਉਹ ਇੱਥੇ ਕਿਉਂ ਨਹੀਂ ਕਾਮਯਾਬ ਹੁੰਦਾ। ਸੋ ਇਹਦੇ ਤੋਂ ਸਾਫ਼ ਸਿੱਧ ਹੁੰਦਾ ਕਿ ਸਰਕਾਰਾਂ ਦੋਸ਼ੀ ਹੈ, ਸਿਸਟਮ ਦੋਸ਼ੀ ਹੈ। ਠੀਕ ਹੈ ਜੀ, ਧੰਨਵਾਦ। ਇਹ ਸਨ ਨਵਦੀਪ ਸੰਘਾ ਜੀ, ਜਿਹੜੇ ਕਿ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਨੇ। ਉਹਨਾਂ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਜਿਹੜੀ ਦਲਦਲ ਦੇ ਵਿੱਚ ਧੱਸੀ ਜਾਂਦੀ, ਤਾਂ ਨੌਜਵਾਨਾਂ ਨੂੰ ਸੁਚੇਤ ਰਹਿਣ ਵਾਸਤੇ ਵੀ ਉਹਨਾਂ ਨੇ ਕਿਹਾ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਾ ਕੇ ਜਿਹੜੇ ਨੌਜਵਾਨ ਕੰਮ ਕਰਦੇ ਨੇ ਉਹਨਾਂ ਨੂੰ ਇੱਥੇ ਵਿਹਲੜ ਕਿਹਾ ਜਾਂਦਾ, ਤਾਂ ਵਿਹਲਾਪਣ ਵੀ ਜਿਹੜਾ ਸ਼ੈਤਾਨ ਦਾ ਘਰ ਹੁੰਦਾ। ਤਾਂ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਅਪੀਲ ਕੀਤੀ ਆ ਕਿ ਕੰਮ ਕਰਨਾ ਚਾਹੀਦਾ, ਚਾਹੇ ਇੰਡੀਆ ਦੇ ਵਿੱਚ ਰਹਿ ਕੇ ਕਰਨ, ਚਾਹੇ ਬਾਹਰਲੇ ਦੇਸ਼ਾਂ ਦੇ ਵਿੱਚ ਰਹਿ ਕੇ ਕਰਨ। ਅੱਗੇ ਵੀ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ ਜੱਸੀ ਦੇ ਨਾਲ ਸੁਖ ਗਿੱਲ, ਮੋਗਾ।